किया गया है, सो किस तरह की कार्रवाई लगती है, सो जांच भी की जा रही नेड़े नेड़े दी फैक्ट्रियां दी हुण। ये जिहड़ा कल बड़ा मंदभागा इंसीडेंट होया जी, उस इंसीडेंट तो बाद पुलिस ने उत्थे इनिशियल रिस्पॉन्स सी जदों एरिया सीलिंग लोगों को एजुकेट करना वो सारी कार्रवाई तो बाद असी उहदे ते केस जिहड़ा रजिस्टर कर लिया 304 IPC दे तहत। उस दे विच उहनूं नेड़ तेड़ दे जिहड़े इमीडिएट CCTV स्कैन कीते आ जिन्ने भी, क्योंकि कल लाइट भी ऑफ सी ते ये एरिया भी सील्ड ऑफ सी। वो लेट नाइट तक सारियां टीम्स लग के साडियां उहनूं स्कैन करदियां रहियां। ਉਹਦੇ ਵਿੱਚ ਹਜੇ ਕੋਈ ਵੀ ਵਿਜ਼ੀਬਲ ਜਿਹੜਾ ਕਿ ਕੋਈ ਚੀਜ਼ ਪਾਉਂਦਾ ਕਿਸੇ ਸਿਵਰ ਮੇਨ ਹੋਲ 'ਚ ਨਹੀਂ ਆਇਆ, ਬਟ ਕਿਉਂਕਿ ਇੱਕ ਜਿਹੜੀ ਬੜੀ ਮੰਦਭਾਗੀ ਘਟਨਾ ਹੈ ਜਿਹਦੇ 'ਚ 11 ਆਦਮੀਆਂ ਦੀ ਜਾਨ ਗਈ ਹੈ, ਅਸੀਂ ਇਹਨੂੰ ਬਹੁਤ ਸੀਰੀਅਸਲੀ ਲੈ ਰਹੇ ਹਾਂ। ਇਹਦੇ ਵਿੱਚ ਜਿਹੜਾ ਦੇਖੋ ਸ਼ੰਕਾ ਤੇ ਦੱਸਿਆ ਵੀ ਗਿਆ, ਹਜੇ ਜਿਹੜੀਆਂ ਰਿਟਨ ਰਿਪੋਰਟਸ ਆ ਉਹ ਆਉਣੀਆਂ ਬਾਕੀ ਹੈ। ਕਿਸੇ ਨਾ ਕਿਸੇ ਲੈਵਲ ਤੇ ਇੰਡਸਟਰੀਅਲ ਯੂਨਿਟ ਵੱਲੋਂ ਇਲੈਕਟ੍ਰੋਪੋਲੇਟਿੰਗ ਦਾ ਜਿਹੜਾ ਹੈਗਾ ਵੇਸਟ ਹੈ, ਜਿਹੜਾ ਇੰਡਸਟਰੀਅਲ ਵੇਸਟ ਹੈ, ਉਹ ਜ਼ਰੂਰੀ ਨਹੀਂ ਕਿ ਵੀ ਅੱਜ ਪਾਇਆ ਗਿਆ, ਰੈਗੂਲਰ ਪਾਉਂਦੇ ਆ ਰਹੇ ਆ। ਹੁਣ ਉਹਦੇ ਵਿੱਚ ਆਪਦੀ ਲਖੀਰ ਨੂੰ ਵੱਡਿਆਂ ਕਰਨ ਲਈ ਤੇ ਲੋਕਾਂ ਦੀਆਂ ਲਖੀਰਾਂ ਮਟੇ ਰਹੇ ਆ, ਤੇ 13 ਬੰਦਿਆਂ ਦੀਆਂ ਲਖੀਰਾਂ ਤਾਂ ਮਟੇਤੀਆਂ। ਇੱਕ ਤਾਂ 13 ਤਾਂ ਉਹ ਆ ਜਿਹੜੇ 11 ਆ ਜਿਹੜੇ ਕੱਲ ਜਿਹੜੇ ਕੁਦਰਤੀ ਇਸ ਆਫਤ ਨਾਲ ਮਰ ਗਏ। ਤੇ ਹੋਰ ਇਸ ਤੋਂ ਇਲਾਵਾ ਸਾਡੇ ਲਈ ਸੀਰੀਅਸਨੈਸ ਇਹ ਵੀ ਹੈ ਵੀ ਇਹ ਕਿੰਨੇ ਲੋਕ ਆ ਜਿਹੜੇ ਇਹਨਾਂ ਦੇ ਨਾਲ ਬਿਮਾਰੀਆਂ ਲਵਾ ਕੇ, ਜਿਹੜੇ ਕਿ ਕਈ ਸਾਲ ਡਾਕਟਰਾਂ ਦੀਆਂ ਫੀਸਾਂ ਭਰ ਕੇ ਤੇ ਉਹ ਆਪਦੇ ਇਲਾਜ ਤੇ ਖਰਚਾ ਕਰਕੇ ਤੇ ਕੰਗਾਲ ਹੋ ਕੇ ਮਰਨਗੇ। ਮਤਲਬ ਇਹ ਬੜਾ ਸੀਰੀਅਸ ਮੈਟਰ ਹੈ। ਅਸੀਂ ਇਹਨੂੰ ਪੋਲੂਸ਼ਨ ਬੋਰਡ ਵਾਲੇ ਆਫਸਰਸ ਨੂੰ ਵੀ ਇਸ ਗੱਲ ਨੂੰ ਅਸੀਂ ਲਾਈਟਲੀ ਨਹੀਂ ਲੈਣ ਦੇਣਾ। ਇਹ ਜਿਹੜੇ ਇਹਦੇ ਚ ਨਾ ਜੀ ਜਿਹੜੀ ਇਹ ਜਿਹੜੇ ਜਿਵੇਂ ਤੁਸੀਂ ਸੁਣਿਆ ਡਿਪਟੀ ਕਮਿਸ਼ਨ ਉਹਨਾਂ ਨਾਲ ਵੀ ਗੱਲ ਹੋਈ ਹੈ, ਅਸੀਂ ਸਾਰਾ ਬੈਠ ਕੇ ਵਿਚਾਰ ਕੀਤਾ ਇਹਨੂੰ। ਜਿਹੜਾ ਦੇਖੋ ਜਿਹੜੀ ਨੋਡਲ ਏਜੰਸੀ ਕਿਹੜੀ ਹੈ, ਜਿਹੜੀ ਫੈਕਟਰੀ ਦੇ ਕਿੰਨੀ ਇੰਡਸਟਰੀ ਹੈ, ਕਿੰਨਾ ਵਰਕਫੋਰਸ ਹੈ, ਕਿੰਨੀ ਆਊਟਪੁੱਟ ਹੈ, ਕੀ ਉਹਦੇ ਚ ਪ੍ਰੋਡਕਟ ਪ੍ਰੋਡਿਊਸ ਹੋ ਰਿਹਾ, ਕਿਹੜਾ ਸਿਸਟਮ ਹੈ, ਕਿੱਥੇ ਵੇਸਟ ਕਰਦੇ ਆ, ਨੋਡਲ ਏਜੰਸੀਜ਼ ਪੋਲੂਸ਼ਨ ਬੋਰਡ। ਤੇ ਪੋਲੂਸ਼ਨ ਬੋਰਡ ਨੂੰ ਅਸੀਂ ਇਸ ਲੈਵਲ ਤੇ 2 ਟਾਸਕ ਹੈ ਸਾਡੇ। ਅਸੀਂ ਇਹਦੇ ਚ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਹੈ ਜਿਹੜੀ ਬਣਾਤੀ ਹੈ, ਉਹ ਜਿਹੜੇ ਆ DCP ਇਨਵੈਸਟੀਗੇਸ਼ਨ ਤੇ DCP ADCP 2 ਜਿਹੜੇ ਹੈਗੇ ਆ ਸੁਹੇਲ ਮੀਰ, ਤੇ ADCP 4 ਹੈ ਜਿਹੜੇ ਤੁਸ਼ਾਰ ਗੁਪਤਾ, ਤੇ ਪਲੱਸ SHO ਉਹਦੇ ਨਾਲ, ਤੇ ਇੱਕ ਜਿਹੜੇ ACP ਜਿਹੜੇ ਇਸ ਏਰੀਏ ਦੇ ACP ਸਾਊਥ, ਇਹ ਮੈਂਬਰ ਦੀ ਅਸੀਂ 5 ਮੈਂਬਰੀ DCP ਇਨਵੈਸਟੀਗੇਸ਼ਨ ਦੇ ਅੰਡਰ ਹੈ SIT ਬਣਾਤੀ ਹੈ। SIT ਦਾ ਜਿਹੜਾ ਮੈਂਡੇਟ ਹੋਊਗਾ ਨੰਬਰ 1 ਉਸ ਚੀਜ਼ ਨੂੰ ਆਇਡੈਂਟੀਫਾਈ ਕਰਨਾ ਵੀ ਉਹ ਪਿਆ। ਜੇ ਵਿਜ਼ੀਬਲ ਦੇਖੋ ਸਾਡੇ ਲਈ ਟਫ ਟਾਸਕ ਹੈ, ਜੇ ਵਿਜ਼ੀਬਲ ਪਾਉਂਦਾ ਹੋਇਆ ਤਾਂ ਅਸੀਂ ਫੜ ਲਾਂਗੇ, ਤੇ ਜੇ ਵਿਜ਼ੀਬਲ ਨਹੀਂ ਪਾਉਂਦਾ ਹੋਇਆ ਤਾਂ ਪੋਲੂਸ਼ਨ ਬੋਰਡ ਵਾਲੇ ਅਫਸਰ ਨੂੰ ਵਾਰ-ਵਾਰ ਪੁੱਛਾਂਗੇ। ਜੇ ਉਹ ਸਹਿਯੋਗ ਨਹੀਂ ਦੇਣਗੇ ਤਾਂ ਇਸ ਮੁਕੱਦਮੇ 'ਚ ਉਹਨਾਂ ਦੇ ਖਿਲਾਫ ਵੀ ਕਾਰਵਾਈ ਕਰਾਂਗੇ। ਅੱਛਾ, ਤੁਹਾਨੂੰ ਲੱਗਦਾ ਨਹੀਂ ਕਿ ਪੋਲੂਸ਼ਨ ਡਿਪਾਰਟਮੈਂਟ ਦੇਖੋ ਇੱਥੇ ਨਾ ਜੀ, ਇੱਥੇ ਕਿਸੇ ਦੂਜੇ ਡਿਪਾਰਟਮੈਂਟ ਨੂੰ ਨੀਵਾਂ ਦਿਖਾਉਣ ਦਾ ਮਕਸਦ ਨਹੀਂਗਾ। ਇਹ ਇੱਕ ਤਰਾਸਦੀ ਬੜੀ ਵੱਡੀ ਜਿਹੜੀ ਮਿਸਹੈਪਨਿੰਗ ਹੋਈ ਹੈ, ਜਿਹਦੇ 'ਚ 11 ਜਾਨਾਂ ਚਲੀਆਂ ਗਈਆਂ। ਆਪਾਂ ਇਮੀਡੀਏਟ 11 ਜਾਨਾਂ ਨੂੰ ਦੇਖ ਰਹੇ ਹਾਂ। ਮੈਂ ਹੋਰ ਢੰਗ ਨਾਲ ਦੇਖਦਾ ਵੀ ਕਿੰਨੇ ਲੋਕ ਇਹ ਪਾਣੀ ਪੀ ਕੇ ਕਿੰਨੀਆਂ ਬਿਮਾਰੀਆਂ ਲਾ ਕੇ ਤੇ ਕਿੰਨੇ ਸਾਲਾਂ ਦੇ ਵਿੱਚ ਕੰਗਾਲ ਹੋਣਗੇ। ਉਹਨਾਂ ਦੇ ਲਈ ਨਾ ਤਾਂ ਕਿਤੇ ਮੀਡੀਆ ਇਕੱਠਾ ਹੋਊਗਾ ਤੇ ਨਾ ਕੋਈ ਹੋਰ ਹੋਊਗਾ, ਕੱਲੇ ਕੱਲੇ ਆਪਦੇ ਘਰਾਂ ਦੇ ਵਿੱਚ ਮਰਦੇ ਜਾਣਗੇ। ਇਹਦੇ ਲਈ ਇਹ ਪੋਲੂਸ਼ਨ ਬੋਰਡ ਦਾ ਮੈਨੂੰ ਲੱਗਦਾ ਇਹਨਾਂ ਨੂੰ ਆਪਦੇ ਪ੍ਰੋਟੋਕੋਲਸ ਨੂੰ ਹੋਰ ਇਹਨੂੰ ਇੰਪਰੂਵ ਕਰਨਾ ਪਊਗਾ। ਇਹ ਅਸੀਂ ਚਾਹੁੰਦੇ ਹਾਂ ਇੰਡਸਟਰੀ ਖੁਸ਼ਹਾਲ ਹੋਵੇ। ਲੁਧਿਆਣਾ ਇੰਡਸਟਰੀਅਲ ਟਾਊਨ ਹੈ। ਆਪਣੇ ਪੰਜਾਬ ਦੀ ਤਰੱਕੀ ਖੇਤੀਬਾੜੀ ਤੋਂ ਬਾਅਦ ਐਗਰੀਕਲਚਰ ਤੇ ਹੈ। ਖੇਤੀਬਾੜੀ ਤੋਂ ਬਾਅਦ ਐਗਰੀਕਲਚਰ ਦੀ ਤਰੱਕੀ ਜਿਹੜੀ ਆ, ਆਪਣੀ ਇੰਡਸਟਰੀਅਲ ਤਰੱਕੀ ਤਾਂ ਜ਼ਰੂਰੀ ਹੈ। ਇੰਡਸਟਰੀਅਲ ਤਰੱਕੀ ਦੇ ਨਾਲ ਪਰ ਲੋਕਾਂ ਦੀ ਜਾਨ ਤੇ ਖੇਡ ਕੇ ਤਰੱਕੀ ਕਿਸੇ ਨੂੰ ਵੀ ਮਨਜ਼ੂਰ ਨਹੀਂ। ਜੇ ਤੁਹਾਨੂੰ ਨਹੀਂ ਮਨਜ਼ੂਰ ਤੇ ਸਾਨੂੰ ਵੀ ਮਨਜ਼ੂਰ ਨਹੀਂ। ਸੀਪੀ ਸਾਹਿਬ, ਜਿਹੜੀ ਕਮੇਟੀ ਬਣਾਈ ਗਈ ਆ ਉਹਦੀ ਸਮਾਂ ਹੱਦ ਵੀ ਤੈਅ ਕੀਤੀ ਗਈ ਹੈ ਵੀ ਇੰਨੇ ਮਹੀਨੇ 'ਚ ਇੰਨੇ ਦਿਨ 'ਚ ਨਹੀਂ। ਜਿਹੜੀ ਇਨਵੈਸਟੀਗੇਟਿੰਗ ਮੈਂ ਤਾਂ ਕਹਿੰਦਾ ਜੀ ਦੇਖੋ ਇੱਕ ਮਿੰਟ, ਜੇ ਅਸੀਂ ਆਪਦਾ 2 ਪਾਰਟ ਹੈ, ਅਸੀਂ ਸਕੈਨ ਕਰਦੇ ਕਰਦੇ ਲੱਭ ਲਾਂਗੇ। ਤੁਹਾਡੇ ਸਾਹਮਣੇ ਸਾਡਾ ਟਰੈਕ ਰਿਕਾਰਡ ਹੈ ਪਿਛਲੇ ਕਈ ਮਹੀਨਿਆਂ ਤੋਂ, ਤੁਸੀਂ ਦੇਖ ਲਿਆ ਹੋਣਾ, ਘੰਟਿਆਂ ਦਾ, ਕਈ ਦਿਨਾਂ ਦਾ ਵੀ ਨਹੀਂ। ਉਹਦੇ ਵਿੱਚ ਅਸੀਂ ਜੇ ਹੋਇਆ ਤਾਂ ਸ਼ਾਮ ਤੱਕ, ਜੇ ਸਾਨੂੰ ਹੋਇਆ ਤਾਂ ਫੜ ਕੇ ਲਿਆ ਕੇ ਤੁਹਾਨੂੰ ਹਵਾਲਾ 'ਚ ਬੰਦ ਕਰਕੇ ਦੱਸਾਂਗੇ। ਹੁਣ ਦੂਜੀ ਗੱਲ ਰਹੀ ਵੀ ਜੇ ਕਿਤੇ ਇੰਡਸਟਰੀਅਲ ਯੂਨਿਟ ਦੇ ਵਿੱਚੋਂ ਆਪਦੇ ਕਨੈਕਸ਼ਨ ਲਏ ਵੇ ਤੇ ਉਹ ਪਾ ਰਿਹਾ, ਤੇ ਫਿਰ ਉਹ ਅਸੀਂ ਆਪ ਪਤਾ ਕਰਨ, ਸਾਨੂੰ ਹੁਣ ਪਤਾ ਹੀ ਨਹੀਂ ਲੱਗਣਾ। ਉਹ ਵਾਰ-ਵਾਰ ਪੋਲੂਸ਼ਨ ਬੋਰਡ ਵਾਲਿਆਂ ਨੂੰ ਦੱਸਾਂਗੇ। ਜੇ ਸਾਨੂੰ ਨਹੀਂ ਕੋਆਪਰੇਟ ਕਰਨਗੇ ਤੇ ਇਸੇ ਮੁਕੱਦਮੇ 'ਚ ਪੋਲੂਸ਼ਨ ਬੋਰਡ ਦੇ ਅਗੇਂਸਟ ਕਾਰਵਾਈ ਕਰਾਂਗੇ। ਥੈਂਕ ਯੂ ਸੋ ਮਚ। ਕੀ ਹਾਲਾਤ ਬਣੇ ਨੇ ਜਿਹੜੀ ਗੈਸ ਦਾ ਰਿਸਾਵ ਹੈ ਉਹ ਕਿੰਨੇ % ਰਹਿ ਗਿਆ ਤੇ ਹੁਣ ਕਿੱਦਾਂ ਦੀ ਜਿਹੜੀ ਹੈ ਉਹ ਕਾਰਵਾਈ ਕੀਤੀ ਜਾ ਰਹੀ ਹੈ?
ਸੋ ਪੂਰੀ ਰਾਤ ਮੈਂ ਇਹੀ ਦੱਸਣਾ ਚਾਹੁੰਦੀ ਹਾਂ ਕਿ ਪੂਰੀ ਰਾਤ ਅਸੀਂ ਜਿਹੜੀ NDRF ਦੀ ਟੀਮਸ ਹੈਗੀਆਂ ਤੇ ਨਾਲ ਕਾਰਪੋਰੇਸ਼ਨ ਸਾਡਾ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਦੀ ਜੁਆਇੰਟ ਟੀਮਸ ਪੂਰੀ ਰਾਤ ਰੀਡਿੰਗਸ ਲੈਂਦੀ ਰਹੀ ਹੈ। 에ਅਰ ਦੀ ਵੀ ਲੈਂਦੀ ਰਹੀ ਹੈ ਐਟ 1.5 ਫੁੱਟ ਲੈਵਲ ਤੇ 4.5 ਨੋਸਟਰਲ ਲੈਵਲ ਫੁੱਟ ਤੇ ਵੀ ਲੈਂਦੀ ਰਹੀ ਹੈ। 에ਅਰ ਦੇ ਵਿੱਚ ਹੁਣ ਗੈਸ ਡਿਟੈਕਸ਼ਨ ਇਜ਼ ਨਾਟ ਦੇਅਰ, ਨਹੀਂ ਹੈਗੀ ਹੈ ਪੂਰੇ ਏਰੀਆ ਦੇ ਵਿੱਚ, ਨਹੀਂ ਹੈ ਉਹ ਗੈਸ। ਤੇ ਕੱਲ ਜਿਹੜੀ ਐਕਸਪਰਟਸ ਨਾਲ ਗੱਲ ਹੋਈ ਸੀ ਉਹਦੇ ਅਨੁਸਾਰ ਮੈਨਹੋਲਸ ਦੇ ਵਿੱਚ ਕਾਰਪੋਰੇਸ਼ਨ ਵੱਲੋਂ ਕੈਮੀਕਲ ਡੀਕੰਟੈਮੀਨੇਸ਼ਨ ਡਰਾਈਵ ਜੋ ਕਿ ਕਾਸਟਿਕ ਸੋਡਾ ਦੀ ਡਾਇਲੂਟ ਸੋਲਿਊਸ਼ਨ ਪਾਈ ਗਈ ਸੀ, ਉਸ ਦੇ ਨਾਲ ਮੈਨਹੋਲਸ ਦੇ ਵਿੱਚ ਵੀ ਜਿਹੜੀ H2S ਦੇ ਲੈਵਲਸ ਨੇ ਉਹ ਬਹੁਤ ਸਿਗਨੀਫੀਕੈਂਟਲੀ ਡਿਕਲਾਈਨ ਹੋ ਗਏ ਹੈ। ਆਫ ਕੋਰਸ ਹਾਈਡਰੋਜਨ ਸਲਫਾਈਡ ਇਜ਼ ਆਲਸੋ ਨੋਨ ਐਜ਼ ਸੀਵਰ ਗੈਸ, ਉਹਦੇ ਵਿੱਚ ਨੈਚੁਰਲੀ ਵੀ ਬਣਦੀ ਹੈਗੀ ਹੈ, ਬਟ ਲੈਵਲਸ ਇਨਸਾਈਡ ਡੀਪ ਇਨਸਾਈਡ ਦ ਮੈਨਹੋਲਸ ਹੈਵ ਆਲਸੋ ਸਬਸਟੈਂਸ਼ੀਅਲੀ ਫਾਲਨ। ਤੇ ਜਿਹੜਾ ਇੱਕ ਮੈਨਹੋਲ ਟੁੱਟਿਆ ਹੋਇਆ ਪਾਇਆ ਗਿਆ ਸੀ that has been replaced by the corporation। ਹੁਣ PPCB ਦੀ 10 ਟੀਮਸ ਲੱਗੀਆਂ ਹੋਈਆਂ ਨੇ ਤੇ ਉਹ ਰੇਡੀਅਲੀ ਪਹਿਲਾਂ 50 ਮੀਟਰ ਫਿਰ 100 ਮੀਟਰ ਫਿਰ 200 ਮੀਟਰ ਦੇ ਘੇਰੇ ਦੇ ਵਿੱਚ ਵੱਖ-ਵੱਖ ਜੋ ਵੀ ਇੱਥੇ ਯੂਨਿਟਸ ਹੈਗੇ ਆ ਉਹਨਾਂ ਤੇ ਸਟੱਡੀ ਕਰਨਗੇ ਐਂਡ ਕੁਝ ਸੈਂਪਲਿੰਗ ਜੋ ਵੀ ਉਹਨਾਂ ਨੇ ਕਰਨੀ ਹੈ ਉਹ ਕਰਨਗੇ। ਦੇ ਵਿਲ ਕੋਰਿਲੇਟ ਦੈਟ ਵਿਦ ਦ ਰਿਜ਼ਲਟਸ ਆਫ ਦ ਲੈਬ ਰਿਪੋਰਟਸ ਜੋ ਇਹਨਾਂ ਨੂੰ ਸ਼ਾਮ ਨੂੰ ਜਾਂ ਕੱਲ ਸਵੇਰ ਤੱਕ ਆ ਜਾਣਗੀਆਂ ਐਂਡ ਦੈਟ ਵਿਲ ਫਰਦਰ ਹੈਲਪ ਇਨ ਦੀ ਇਨਵੈਸਟੀਗੇਟਿਵ ਪ੍ਰੋਸੈਸ। ਸੋ ਫॉर ਨਾਓ ਅਸੀਂ CP ਸਾਹਿਬ ਵੀ ਆਏ ਹੋਏ ਹੈਗੇ, ਅਸੀਂ ਸਲਾਹ ਕਰਕੇ ਬੇਸਡ ਔਨ recommendations of PPCB and local NDRF ਜਿਹੜੀ ਆਈ ਹੈਗੀ ਹੈ, ਅਸੀਂ ਜਿਹੜਾ 200-250 ਮੀਟਰ ਦੇ ਰੇਡੀਅਸ ਦਾ ਕਾਰਡਨ ਬਣਾਇਆ ਸੀ ਉਸ ਨੂੰ ਹਾਲ ਦੀ ਘੜੀ ਦੇ ਵਿੱਚ ਅਸੀਂ 25-30 ਮੀਟਰ ਰੇਡੀਅਸ ਦੈਟ ਮੀਨਸ 50 ਮੀਟਰ ਟੋਟਲ ਤੇ ਘਟਾਉਣ ਲੱਗੇ ਹੈਗੇ ਆ। ਵੀ ਆਰ ਗੋਇੰਗ ਟੂ ਰਿਡਿਊਸ ਇਟ ਬਿਕੋਜ਼ 에ਅਰ ਜਿਹੜੀ ਹੈਗੀ ਹੈ ਦੈਟ ਹੈਜ਼ ਬੀਨ ਫਾਊਂਡ ਟੂ ਬੀ ਆਲ ਰਾਈਟ ਨਾਓ, ਸੇਫ ਲੈਵਲਸ ਹੈਗੇ ਐਂਡ ਦੈਨ ਸ਼ਾਮ ਤੱਕ ਇੱਕ ਵਾਰੀ ਜਦੋਂ ਸੈਂਪਲਿੰਗ ਕੰਪਲੀਟ ਹੋ ਜਾਏਗੀ ਦੈਨ ਵੀ ਵਿਲ ਟੇਕ ਅ ਫਾਈਨਲ ਕਾਲ ਟੂ ਰਿਡਿਊਸ ਐਂਡ ਟੇਕ ਅਵੇ ਦ ਕਾਰਡਨ। ਮੈਮ ਇਹ ਵੀ ਕਿਹਾ ਜਾਂਦਾ ਕਿ ਉਹ ਜਿਹੜਾ ਨਿਕਲ ਦੇ ਪਲਾਂਟਸ ਨੇ ਉਹ ਵਾਟਰ ਜਿਹੜਾ ਉਹ ਸੀਵਰ ਚ ਡਰੇਨ ਕਰਦੇ ਨੇ ਜਿਸ ਦੇ ਕਰਕੇ ਬਣੀਆਂ ਉਹਨਾਂ ਤੇ ਕੋਈ ਐਕਸ਼ਨ ਲਿਆ ਜਾਏਗਾ। ਸੋ ਦਿਸ ਇਜ਼ ਸਬਜੈਕਟ ਮੈਟਰ ਆਫ ਇਨਵੈਸਟੀਗੇਸ਼ਨ ਜੀ। ਮੈਂ ਜਿਵੇਂ ਕਾਫੀ ਡਿਟੇਲ ਦੇ ਵਿੱਚ ਦੱਸਿਆ ਹੈ ਕਿ ਕੀ ਕੀਤਾ ਜਾ ਰਿਹਾ ਹੈ। ਨੈਚੁਰਲੀ ਇੱਕ ਮੈਜਿਸਟੀਰੀਅਲ ਇਨਕੁਆਇਰੀ ਹੈ, ਪੁਲਿਸ ਵੱਲੋਂ FIR ਵੀ ਕੀਤੀ ਗਈ ਹੈ। ਇਟ ਇਜ਼ ਅ ਸੀਰੀਅਸ ਮੈਟਰ, ਜੋ ਵੀ ਉਹਦੇ ਵਿੱਚ ਨਿਕਲ ਕੇ ਆਏਗਾ ਸਰਕਾਰ ਵੱਲੋਂ ਸਖਤ ਤੋਂ ਸਖਤ ਕਾਰਵਾਈ ਇਮੀਡੀਏਟ। ਪਰ ਮੈਡਮ ਜਿਹੜੀ FIR ਕੀਤੀ ਹੈ ਅਗਿਆਤ ਲੋਕਾਂ ਦੀ ਕੀਤੀ ਹੈ, ਤੁਹਾਨੂੰ ਲੱਗਦਾ ਨਹੀਂ ਕਿ ਪੋਲੂਸ਼ਨ ਡਿਪਾਰਟਮੈਂਟ ਦੇ ਕਿਸੇ ਅਧਿਕਾਰੀ ਤੇ ਇਹ ਮਾਮਲਾ ਦਰਜ ਕਰਨਾ ਚਾਹੀਦਾ? ਕਿਉਂਕਿ ਇਹ ਜਿਹੜੀਆਂ ਫੈਕਟਰੀਆਂ ਨੇ ਅਗਰ ਤੁਸੀਂ ਕਹਿ ਰਹੇ ਹੋ ਇੰਡਸਟਰੀ ਨੇ ਕੈਮੀਕਲ ਸੀਵਰੇਜ ਦੇ ਜ਼ਰੀਏ ਸੱਟਿਆ, ਸੋ ਦੈਟ ਸਟਿਲ ਹੈਜ਼ ਟੂ ਬੀ ਐਸਟੈਬਲਿਸ਼ਡ ਜੀ। ਉਹ ਐਸਟੈਬਲਿਸ਼ ਹੋ ਜਾਏ ਐਂਡ ਜੋ ਵੀ ਸਾਰੀ ਚੀਜ਼ਾਂ ਹੈਗੀਆਂ ਉਹ ਨਿਕਲ ਕੇ ਆਣਗੀਆਂ, ਐਕਸ਼ਨ ਹੋਵੇਗਾ। ਜਿਹੜਾ ਸੈਂਪਲ ਭੇਜੇਗੀ ਕਿਹੜੀ ਲੈਬ ਤੇ ਭੇਜੇਗੀ ਤੇ ਮੈਮ ਉਹ ਟਾਈਮ ਬਾਉਂਡ ਹੋਏਗੀ ਰਿਪੋਰਟ? ਯੈਸ ਆਫ ਕੋਰਸ ਰਿਪੋਰਟਸ ਵਿਲ ਬੀ ਟਾਈਮ ਬਾਉਂਡ। ਸੈਂਪਲ ਕਿਹੜੀ ਲੈਬ ਚ ਭੇਜੇਗੀ? PPCB has sent it to accredited labs जी, मतलब there is no reason to mention कौन कहाँ नहीं whatever। ਏਰੀਆ ਕਦੋਂ ਤੱਕ ਸੀਲ ਰੱਖਿਆ ਜਾਏਗਾ ਮੈਮ? ਮੈਂ ਉਹੀ ਦੱਸ ਰਹੀ ਹਾਂ ਜੀ ਕਿ ਹੁਣ ਅਸੀਂ ਜਿਹੜਾ ਕਾਰਡਨ ਆਪਾਂ 200-250 ਰੇਡੀਅਸ ਦਾ ਬਣਾਇਆ ਸੀ ਉਹਨੂੰ 50 ਮੀਟਰ ਤੇ ਘਟਾਉਣ ਲੱਗੇ ਆ ਰਾਈਟ ਨਾਓ ਐਂਡ ਬਾਈ ਈਵਨਿੰਗ ਵੀ ਵਿਲ ਟੇਕ ਅ ਫਾਈਨਲ ਕਾਲ ਕਿ ਉਹ ਵੀ ਜਿਹੜਾ ਹੈਗਾ ਉਹ 50 ਮੀਟਰ ਨੂੰ ਵੀ ਅਸੀਂ ਹਟਾ ਦਾਂ। ਮੈਂ ਰਿਪੋਰਟਸ ਕਦੋਂ ਤੱਕ ਆ ਸਕਦੀ? ਐਜ਼ ਸੂਨ ਐਜ਼ ਪੋਸੀਬਲ ਅਸੀਂ ਇਹਨੂੰ ਆਵਰਲੀ ਮੋਨੀਟਰ ਕਰ ਰਹੇ ਹਾਂ।